ਹਾਂਜੀ सर, नथेहा ਦੇ ਵਿੱਚ ਅੱਜ ਇੱਕ ਸਾਹਿਤਕ ਮੀਟਿੰਗ ਰੱਖੀ ਗਈ ਸੀ। ਇਸ ਮੀਟਿੰਗ ਦਾ ਕੀ ਮਕਸਦ ਸੀਗਾ ਤੁਹਾਡਾ ਜੀ? ਇਸ ਮੀਟਿੰਗ ਦਾ ਮਕਸਦ ਇਹ ਸੀ ਜੀ ਕਿ ਨਥੇਹਾ ਪਿੰਡ ਲੰਬੇ ਸਮੇਂ ਤੋਂ ਸਾਹਿਤਕ ਤੌਰ 'ਤੇ ਸੱਭਿਆਚਾਰਕ ਤੌਰ 'ਤੇ ਆਪਣੀਆਂ ਸੇਵਾਵਾਂ ਨਿਭਾਉਂਦਾ ਰਿਹਾ। ਪੰਜਾਬੀ ਮਾਂ ਬੋਲੀ ਦੇ ਵਿਰਸੇ ਨੂੰ ਅਮੀਰ ਬਣਾਉਣ ਵਾਸਤੇ ਇੱਥੋਂ ਦੇ ਸਾਹਿਤਕਾਰਾਂ ਦਾ, ਪੱਤਰਕਾਰ ਵੀਰਾਂ ਦਾ ਬੜਾ ਵੱਡਾ ਯੋਗਦਾਨ ਹੈ। ਜਿੱਥੇ ਇਸ ਪਿੰਡ ਨੂੰ ਸਾਬਕਾ IPS ਅਫਸਰ, ਸਾਬਕਾ DI ਸਰਦਾਰ ਹਰਿੰਦਰ ਸਿੰਘ ਜੀ ਚਾਹਲ ਸਾਹਿਬ, ਉਹਨਾਂ ਨੇ ਬਹੁਤ ਵੱਡਾ ਰੁਤਬਾ ਜਿੱਥੇ ਹਾਸਲ ਕੀਤਾ ਆਪਣੇ ਮਹਿਕਮੇ ਦੇ ਅੰਦਰ, ਉੱਥੇ ਇੱਕ ਬਹੁਤ ਅੱਛੇ ਲੇਖਕ ਸਾਹਿਤਕਾਰ ਵੀ ਹਨ। ਸਮੇਂ ਸਮੇਂ ਸਿਰ ਉਹਨਾਂ ਦੀ ਅਗਵਾਈ ਹੇਠ ਪਿੰਡ ਨਥੇਹਾ ਦੇ ਵਿੱਚ ਵੱਡੇ ਸਮਾਗਮ ਹੁੰਦੇ ਰਹੇ ਨੇ, ਸੱਭਿਆਚਾਰਕ ਸਮਾਗਮ ਵੀ ਹੋਏ ਨੇ। ਮੈਨੂੰ ਯਾਦ ਹੈ 1998 'ਚ ਲੋਕ ਸੇਵਾ ਸੰਸਥਾ ਵੱਲੋਂ ਇੱਥੇ ਇੱਕ ਬੜਾ ਵਧੀਆ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ ਸੀ, ਜਿਸ ਦੇ ਕਿ ਉਹ ਬਤੌਰ ਚੀਫ ਗੈਸਟ, ਮੁੱਖ ਮਹਿਮਾਨ ਦੇ ਤੌਰ 'ਤੇ ਹਾਜ਼ਰ ਹੋਏ ਸਨ। ਉਦੋਂ ਸਰਦਾਰ ਬਹਾਦਰ, ਸਰਦਾਰ ਹਰਿੰਦਰ ਸਿੰਘ ਚਾਹਲ, ਜਿਨ੍ਹਾਂ ਬਾਰੇ ਬਹੁਤ ਕੁਝ ਕਹਿ ਕੇ ਵੀ ਮੈਂ ਸਮਝਦਾ ਕਿ ਕੁਝ ਨਹੀਂ ਕਿਹਾ ਗਿਆ, ਕਿਉਂਕਿ ਉਹਨਾਂ ਦਾ ਰੁਤਬਾ ਹੀ ਇੰਨਾ ਵੱਡਾ ਹੈਗਾ ਸਮਾਜ ਦੇ ਵਿੱਚ। ਉਹ ਆਏ, ਉਹਨਾਂ ਦਾ ਬੇਟਾ ਕਾਕਾ ਗੁਲਜ਼ਾਰ ਇੰਦਰ ਸਿੰਘ ਚਾਹਲ, ਉਦੋਂ ਬੜੇ ਛੋਟੇ ਹੁੰਦੇ ਸਨ ਕਾਕਾ ਜੀ, ਉਹ ਵੀ ਨਾਲ ਆਏ ਸਨ। ਬੜਾ ਇਹ ਧਰਤੀ ਨੂੰ ਪਿਆਰ ਦਿੱਤਾ ਅਤੇ ਉਦੋਂ ਤੋਂ ਲੈ ਕੇ ਸਾਹਿਤਕ ਸੇਵਾਵਾਂ ਸਾਡੀਆਂ ਚੱਲਦੀਆਂ ਰਹਿੰਦੀਆਂ ਸਨ। ਭਾਵੇਂ ਮੈਂ ਅਨੇਕਾਂ ਸੰਸਥਾਵਾਂ ਨਾਲ ਜੁੜਿਆ ਹੋਇਆ, ਇਹ ਗੱਲ ਨਹੀਂ। ਮੇਰੀ ਆਪਣੀ ਵੀ ਇੱਕ ਕਿਤਾਬ ਛਪ ਚੁੱਕੀ ਹੈ। ਇੱਕ ਕਿਤਾਬ ਮੈਂ ਪੰਜਾਬ ਰੋਇਆ 1999 'ਚ ਆ ਗਈ ਸੀ, ਜਿਹੜੀ ਕਿ ਮੇਰੀ ਸੰਪਾਦਿਤ ਪੁਸਤਕ ਸੀ। ਉਹ 84 ਦੇ ਦੁਖਾਂਤ ਬਾਰੇ ਸੀ, ਦੰਗਿਆਂ ਬਾਰੇ ਸੀ। ਪਰ ਹੁਣ ਇੱਕ ਸਾਹਿਤਕ ਖੜੋਤ ਜੀ ਇਸ ਨਗਰ ਦੇ ਵਿੱਚ ਆਈ ਹੋਈ ਹੈ। ਇੱਥੇ ਵੈਦ ਬਲੈਤੀ ਰਾਮ ਬੜੇ ਮਸ਼ਹੂਰ ਕਿੱਸਾਕਾਰ, ਉਹਨਾਂ ਦੇ ਬੇਟੇ ਰਾਮ ਰੇਸ਼ਮ ਨਥੇਹਾ ਵੀ ਪੱਤਰਕਾਰ ਨੇ। ਗੁਰਜੰਟ ਸਿੰਘ ਸੋਲ ਇਸੇ ਪਿੰਡ ਨੂੰ ਬਿਲੋਂਗ ਕਰਦੇ ਨੇ, ਪੱਤਰਕਾਰੀ ਦੇ ਖੇਤਰ 'ਚ ਵੱਡਾ ਨਾਂ ਵਧੀਆ। ਲਖਵਿੰਦਰ ਸ਼ਰਮਾ ਜੀ ਦਾ ਬਹੁਤ ਵਧੀਆ ਨਾਂ ਹੈ। ਸੋ ਅੱਜ ਮੇਰੇ ਸਾਥੀਆਂ ਨੇ, ਕੁਝ ਮਿੱਤਰਾਂ ਨੇ ਇਕੱਠੇ ਹੋ ਕੇ ਇੱਕੋ ਗੱਲ ਰੱਖੀ ਕਿ ਤੁਸੀਂ ਬਾਹਰ ਤੇ ਬੜੀ ਕੋਸ਼ਿਸ਼ ਕਰ ਰਹੇ ਹੋ, ਪਰ ਸਾਹਿਤਕ ਤੌਰ 'ਤੇ ਜਿਹੜੇ ਪਿੰਡ ਦੇ ਵਿੱਚ ਸਮਾਗਮ ਹੁੰਦੇ ਸੀ ਪਹਿਲਾਂ, ਜਿਵੇਂ ਕਵੀ ਦਰਬਾਰ ਹੁੰਦੇ ਰਹੇ, ਬਾਬਾ ਏ ਗਜ਼ਲ ਪਤਾਮਾ, ਪੰਜਾਬੀ ਗਜ਼ਲ ਦੇ ਬਾਬਾ ਬੋੜ ਜਨਾਬ ਦੀਪ ਜੈਤੋਈ ਸਾਹਿਬ, ਜੋ ਜੰਨਤ ਨਸ਼ੀਨ ਹੋ ਗਏ ਨੇ, ਪਰਮਾਤਮਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ੇ, ਮੇਰੇ ਬੜੇ ਮਾਣਯੋਗ ਉਸਤਾਦ ਸਨ। ਅਨੇਕਾਂ ਵਾਰ ਉਹ ਨਥੇਹੇ ਸਮਾਗਮਾਂ ਵਿੱਚ ਆਏ। ਨਵਰਾਹੀ ਘੁਗਿਆਣ ਫਰੀਦਕੋਟ ਰਿਹਾਇਸ਼ ਰੱਖਦੇ ਨੇ, ਨਹਿਰ ਨਜ਼ਾਰੇ 'ਤੇ ਵੱਡੇ ਵੱਡੇ ਵਿਦਵਾਨ ਸਾਹਿਤਕਾਰ ਨੇ। ਸੀ ਮਾਰਕੰਡਾ ਹੋਰੀ ਇੱਥੇ ਆਏ, ਬੂਟਾ ਸਿੰਘ ਚੌਹਾਨ ਹੋਰੀ ਇੱਥੇ ਆਏ। ਔਰ ਜੇ ਗਾਇਕਾਂ ਦੇ ਤੌਰ 'ਤੇ ਲਈਏ ਤਾਂ ਪ੍ਰਗਟ ਭਾਗੂ ਅਤੇ ਹਰਦੇਵ ਮਾਹੀ ਨੰਗਲ ਬੜੇ ਛੋਟੇ ਹੋਇਆ ਕਰਦੇ ਸਨ। ਅਤੇ ਔਰ ਸੁਰਿੰਦਰ ਖਾਨ ਰਾਮਪੁਰੇ ਤੋਂ, ਜਦੋਂ ਕਿ ਉਹਨਾਂ ਨੂੰ ਇਸ ਧਰਤੀ 'ਤੇ ਸਨਮਾਨ ਦਿੱਤਾ ਗਿਆ। ਸੋ ਅੱਜ ਦੀ ਮੀਟਿੰਗ ਦਾ ਤਾਂ ਇਹੋ ਸੀ ਕਿ ਅਸੀਂ ਇਹ ਜਿਹੜਾ ਸਾਡੀ ਸਾਹਿਤ ਸਭਾ, ਸਾਹਿਤਕ ਮੰਚ ਨਥੇਹਾ ਦਾ ਨਾਮ ਦੇ ਕੇ ਅੱਜ ਅਸੀਂ ਮੀਟਿੰਗ ਕੀਤੀ ਹੈ। ਦੁਬਾਰੇ ਇਹਨੂੰ ਪੁਨਰ ਸੁਰਜੀਤ ਕਹਿ ਲਵੋ, ਦੁਬਾਰੇ ਸੁਰਜੀਤ ਕੀਤਾ। ਔਰ ਇਹਦੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਗਰਾਮ ਹੈ ਉਹ ਅਸੀਂ ਵੱਡੇ ਪੱਧਰ 'ਤੇ ਰੱਖਾਂਗੇ ਜੀ। ਸਾਹਿਤਕ ਮੰਚ ਨਥੇਹਾ ਦਾ ਗਠਨ ਅੱਜ ਹੋ ਚੁੱਕਿਆ ਨਥੇਹਾ ਦੀ ਧਰਤੀ 'ਤੇ। ਆਉਣ ਵਾਲੇ ਸਮੇਂ ਦੇ ਵਿੱਚ ਕੋਈ ਰੂਪਰੇਖਾ ਉਲੀਕੀ ਹੈ ਤੁਸੀਂ ਕਿ ਕਿਸ ਤਰ੍ਹਾਂ ਦਾ ਪ੍ਰੋਗਰਾਮ, ਜਿਹੜਾ ਪਹਿਲਾ ਪ੍ਰੋਗਰਾਮ ਪਲੇਠਾ ਪ੍ਰੋਗਰਾਮ ਕੀਤਾ ਜਾ ਰਿਹਾ? ਦਰਅਸਲ ਪੰਜਾਬੀ ਸਾਹਿਤ ਬੜਾ ਅਮੀਰ ਹੈ ਸਾਡੀ ਮਾਂ ਬੋਲੀ ਬੜੀ ਅਮੀਰ ਹੈ। ਮੈਥੋਂ ਬੋਲਦਿਆਂ ਵੀ ਸ਼ਾਇਦ ਕਈ ਸ਼ਬਦ ਇਹੋ ਜਿਹੇ ਕਹੇ ਜਾਣਗੇ ਜਿਹੜੇ ਪੰਜਾਬੀ ਦੇ ਨਹੀਂ ਹੋਣਗੇ ਜੀ, ਕਿਉਂਕਿ ਇਸ ਤਰ੍ਹਾਂ ਹੁਣ ਇਹ ਗੱਲ ਹੋ ਗਈ ਆਮ ਹੀ। ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਪੰਜਾਬੀ ਮਾਂ ਬੋਲੀ ਨੂੰ ਅਮੀਰ ਬਣਾਉਣ ਵਾਸਤੇ ਵਰਕਸ਼ਾਪਾਂ ਆਯੋਜਿਤ ਕੀਤੀਆਂ ਜਾਣ। ਭਾਵੇਂ ਮੇਰੇ ਆਪਣੇ ਉਚਾਰਨ ਵੀ ਠੀਕ ਹੈ, ਕਈ ਅਸ਼ੁੱਧ ਹੋਣਗੇ, ਮੈਂ ਮੰਨਦਾ ਇਸ ਗੱਲ ਨੂੰ। ਕੋਈ ਵੀ ਬੰਦਾ ਆਪਣੇ ਆਪ ਵਿੱਚ ਪਰਫੈਕਟ ਨਹੀਂ ਹੁੰਦਾ, ਸੰਪੂਰਨ ਨਹੀਂ ਹੁੰਦਾ। ਪਰ ਆਮ ਦੇਖੀ ਤਾਂ ਹੁਣ ਪੰਜਾਬੀ ਸਾਹਿਤਕ ਖੇਤਰ ਦੇ ਵਿੱਚ ਜਿਹੜੀ ਨਵੀਂ ਪੀੜ੍ਹੀ ਹੈ, ਮੈਂ ਕੱਲ੍ਹ ਸਾਡੀ ਸਾਹਿਤ ਅਕਾਦਮੀ ਦੇ ਗਰੁੱਪ ਵਿੱਚ ਇੱਕ ਪੜ੍ਹ ਰਿਹਾ ਸੀ, ਬਹੁਤ ਹੀ ਮਕਬੂਲ ਸ਼ਖਸੀਅਤ ਦੇ ਮਾਲਕ ਨੇ ਅਮਰ ਸਿੰਘ ਸੂਫੀ ਜੀ, ਮੋਗਾ ਨੂੰ ਬਿਲੋਂਗ ਕਰਦੇ ਨੇ, ਬਹੁਤ ਵੱਡਾ ਨਾਮ ਪੰਜਾਬੀ ਸਾਹਿਤ ਜਗਤ ਦੇ ਅੰਦਰ। ਸਤਵਿੰਦਰ ਸਿੰਘ ਧਨੋਆ ਵੱਲੋਂ ਉਹਨਾਂ ਦੀ ਇੱਕ ਕਵਿਤਾ ਗਰੁੱਪ 'ਚ ਪਾਈ ਗਈ ਸੀ, ਕਵਿਤਾ ਅਕਵਿਤਾ। ਵਾਕਈ ਦਬੜੂ ਘੁਸੜੂ ਵਾਲਾ ਕੰਮ ਚੱਲੀ ਜਾਂਦਾ। ਅਤੇ ਮਾਂ ਬੋਲੀ ਪੰਜਾਬੀ ਦਾ ਅਕਸਰ ਜਿਹੜਾ ਉਹ ਛਵੀ ਜਿਹੜੀ ਉਹ ਸੁਧਰਨ ਦੀ ਥਾਂ, ਬਲਕਿ ਮੈਂ ਇਹ ਤਾਂ ਨਹੀਂ ਕਹਾਂਗਾ ਕਿ ਖਰਾਬ ਹੋ ਰਹੀ ਹੈ, ਉਹਦੇ ਉੱਤੇ ਜਾਣੀ ਸਾਨੂੰ ਥੋੜ੍ਹਾ ਜਿਹਾ ਮਹਿਸੂਸ ਕਰਦੇ ਹਾਂ ਅਸੀਂ ਕਿ ਇਹ ਨਹੀਂ ਹੋਣਾ ਚਾਹੀਦਾ।
ਜੇ ਸਿੱਧੀ ਗੱਲ ਅਸੀਂ ਕਹਾਂਗੇ ਤਾਂ ਨਵੇਂ ਸ਼ਹਿਰਾਂ ਦੇ ਦਿਲ ਟੁੱਟਣਗੇ ਬੜਿਆਂ ਦੇ। ਜੀ ਅਸੀਂ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਹੈ। ਬੰਦਾ ਸਾਰੀ ਉਮਰ ਸਿਖਿਆਰਥੀ ਰਹਿੰਦਾ ਹੈ। ਜੀ ਮੈਂ ਸਮਝਦਾ ਕਿ ਜਿੰਨਾ ਕੁ ਮੈਨੂੰ ਆਉਂਦਾ ਹੈ ਉਹ ਮੈਂ ਦੂਸਰੇ ਨੂੰ ਦੱਸਾਂ, ਅਤੇ ਜਿਹੜਾ ਮੈਨੂੰ ਨਹੀਂ ਆਉਂਦਾ ਉਹ ਮੈਂ ਕਿਸ ਤੋਂ ਪੁੱਛਾਂ। ਇੱਕ ਪੰਜਾਬੀ ਦੀ ਬੜੀ ਵਧੀਆ ਲੇਖਕ ਕਵਿੱਤਰੀ ਹੈ ਸਾਡੀ ਰਾਜਨਦੀਪ ਕੌਰ ਮਾਨ, ਬੜਾ ਸੋਹਣਾ ਲਿਖਦੇ ਹੈ। ਜੀ ਉਹਨਾਂ ਨਾਲ ਕੁਦਰਤੀ ਮੈਂ 2-4 ਦਿਨ ਹੋ ਗਏ ਉਹਨਾਂ ਨਾਲ ਗੱਲਬਾਤ ਮੇਰੀ ਚੱਲ ਰਹੀ ਸੀ। ਉਹਨਾਂ ਨੇ ਵੀ ਇਹ ਫਿਕਰ, ਇਹ ਖਦਸ਼ਾ ਜ਼ਾਹਰ ਕੀਤਾ ਕਿ ਜੇ ਨਵੇਂ ਲੇਖਕਾਂ ਦੀ ਪੁਰਾਣੇ ਸਾਹਿਤਕਾਰਾਂ ਨੇ ਜਾਂ ਜਿਹੜੇ ਖੇਤਰ ਦੇ ਵਿੱਚ ਸਥਾਪਿਤ ਨੇ ਜੀ ਉਹਨਾਂ ਦੀ ਬਾਂਹ ਨਾ ਫੜੀ ਤੇ ਪੰਜਾਬੀ ਮਾਂ ਬੋਲੀ ਤੇ ਹੋਰ ਵੀ ਇੱਕ ਤਲਵਾਰ ਹੈ ਜਿਹੜੀ ਉਹ ਲਟਕ ਸਕਦੀ ਹੈ। ਜੀ ਸੋ ਇਸ ਗੱਲ ਨੂੰ ਲੈ ਕੇ ਬਾਕੀ ਸਾਹਿਤਕਾਰਾਂ ਦਾ ਇੱਕ ਸੁਭਾਅ ਹੁੰਦਾ ਹੈ, ਇੱਕ ਇੱਦਾਂ ਦਾ ਬਣ ਜਾਂਦਾ ਮਾਹੌਲ ਇਸ ਤਰ੍ਹਾਂ ਦਾ ਕਿ ਉਹ ਉਸੇ ਵਿੱਚ ਵਿਚਰਨਾ ਚਾਹੁੰਦੇ ਹੁੰਦੇ ਨੇ। ਕੁਦਰਤ ਦੇ ਨਜ਼ਾਰਿਆਂ ਨੂੰ ਵੇਖਣਾ ਹੈ ਨਾ, ਰੁਮਕਦੀ ਹਵਾ ਨੂੰ, ਕਿਤੇ ਕਿਤੇ ਪੱਤਿਆਂ 'ਚ ਲੁਕ ਲੁਕ ਕੇ ਹਵਾ ਨੂੰ ਰੋਂਦਿਆਂ ਵੀ ਵੇਖ ਲੈਣਾ ਹੈ ਨਾ, ਇਹ ਸਾਹਿਤਕਾਰਾਂ ਦੇ ਹਿੱਸੇ ਹੀ ਆਇਆ ਸ਼ਾਇਦ। ਜੀ ਮੈਂ ਸਮਝਦਾ ਕਿ ਮੇਰੀ ਉਮਰ ਵੀ ਮੈਨੂੰ ਲੱਗਦਾ 58 ਤੋਂ ਪਾਰ ਹੋ ਚੁੱਕੀ ਹੈ, 60 ਦੇ ਅੰਕੜੇ ਦੇ ਨੇੜੇ ਜਾਣ ਵਾਲੇ ਹਾਂ। ਜਿੰਨਾ ਕੁ ਹੋ ਸਕਦਾ ਹੈ ਕਿ ਸਾਹਿਤ ਦੇ, ਪੰਜਾਬੀ ਸਾਹਿਤ ਦੀ ਪ੍ਰਫੁੱਲਤਾ ਲਈ, ਇਹਦੇ ਵਿਕਾਸ ਲਈ ਜਿੰਨੇ ਵੀ ਯਤਨ ਕਰ ਲਵਾਂਗੇ ਜਾਂ ਕਰਕੇ ਜਾਵਾਂਗੇ, ਸ਼ਾਇਦ ਆਉਣ ਵਾਲੀਆਂ ਪੀੜ੍ਹੀਆਂ ਉਹ ਸੋਚਣਗੀਆਂ ਕਿ ਮਾਂ ਬੋਲੀ ਪ੍ਰਤੀ ਸਾਡੇ ਜਿਹੜੇ ਪੂਰਵਜ ਸੀ, ਸਾਡੇ ਵਡੇਰੇ ਸੀ, ਉਹ ਫਿਕਰਮੰਦ ਸੀ। ਬਾਕੀ ਇਹ ਸਿਹਤਮੰਦ ਦੀ ਸਥਾਪਨਾ ਦਾ ਮੇਰਾ ਜਿਹੜਾ ਅਸਲ ਮਕਸਦ ਹੈ, ਜੀ ਬਹੁਤ ਸਾਰੇ ਛੁਪੇ ਰੁਸਤਮ ਇਹੋ ਜਿਹੇ ਨੇ ਜਿਹਨਾਂ ਦੀ ਉਮਰਾਂ ਛੋਟੀਆਂ ਨੇ, ਜੀ ਪਰ ਉਹਨਾਂ ਦੀ ਲਿਖਣ ਸ਼ੈਲੀ ਹੈ, ਜਿਹੜੀ ਬੋਲਣ ਸ਼ੈਲੀ ਹੈ, ਜੀ ਵਾਕਈ ਉਹਨੂੰ ਮੈਂ ਤਾਂ ਸਿਰ ਝੁਕਾਉਣਾ। ਮੈਂ ਇੱਥੇ ਨਾਂ ਤਾਂ ਨਹੀਂ ਕਿਸੇ ਦਾ ਲਵਾਂਗਾ, ਜੀ ਕਿਉਂਕਿ ਇੱਕ ਦਾ ਨਾਂ ਲਾਈਏ ਅਤੇ ਦੂਜੇ ਕਹਿਣਗੇ ਅਸੀਂ ਕਿਵੇਂ ਕਿਸ ਤਰ੍ਹਾਂ। ਬਿਲਕੁਲ ਮੈਂ ਵੇਖਿਆ ਕਿ ਮੇਰੇ ਆਪਣੇ ਇਲਾਕੇ ਗੁਰੂ ਕਾਸ਼ੀ ਧਰਤੀ ਹੈ। ਦੇਖੋ, ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ, ਗੁਰੂ ਸਾਹਿਬ ਦੀ ਵਰੋਸਾਈ ਧਰਤੀ, ਗੁਰੂ ਕੀ ਕਾਸ਼ੀ। ਮਹਾਰਾਜ ਨੇ ਉਚਾਰਨ ਵੀ ਕੀਤਾ ਕਿ ਇੱਥੇ ਵਿਦਵਾਨ ਹੋਣਗੇ, ਪੜ੍ਹਨਗੇ, ਹੈ ਨਾ। ਬਿਲਕੁਲ ਅਸੀਂ ਚਾਹੁੰਦੇ ਹਾਂ ਕਿ ਪੰਜਾਬੀ ਮਾਂ ਬੋਲੀ ਦੀ ਵੱਡੀ ਤੋਂ ਵੱਡੀ ਸੇਵਾ ਕੀਤੀ ਜਾਏ। ਜਿਹੜੀ ਤੁਸੀਂ ਰੂਪ ਰੇਖਾ ਪੁੱਛਦੇ ਹੋ, ਅਤੇ ਉਹ ਮੇਰੀ ਇੱਕ ਇੱਛਾ ਸਾਰੀ ਸੰਸਥਾ ਦੀ, ਸਾਹਿਤਕ ਮੰਚ ਦੀ ਜਿਹਦੀ ਸਥਾਪਨਾ ਕੀਤੀ ਗਈ ਹੈ, ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡਾ ਪ੍ਰੋਗਰਾਮ ਜੋ ਕਿ ਸਿਰਫ ਸਾਹਿਤਕ ਮੰਚ ਵੱਲੋਂ ਹੀ ਹੋਵੇਗਾ, ਜੀ ਸਾਰੀਆਂ ਸਾਹਿਤਕ ਜਥੇਬੰਦੀਆਂ ਨੂੰ, ਸਾਹਿਤ ਸਭਾਵਾਂ ਨੂੰ, ਚਾਹੇ ਉਹ ਸਾਹਿਤ ਗੁਰੂ ਕਾਸ਼ੀ ਸਾਹਿਤ ਸਭਾ ਹੈ ਤਲਵੰਡੀ ਸਾਬੋ ਦਮਦਮਾ ਸਾਹਿਬ ਵਿਖੇ, ਚਾਹੇ ਦਮਦਮਾ ਸਾਹਿਬ ਸਾਹਿਤ ਸਭਾ ਹੈ, ਚਾਹੇ ਨਵੀਂ ਸਾਹਿਤ ਅਕਾਦਮੀ ਬਣੀ ਉਹ ਹੈ, ਕਿਉਂਕਿ ਅਸੀਂ ਤਾਂ ਇੱਕ ਦੂਜੇ ਨੂੰ ਪਿਆਰ ਨਾਲ ਜੀ ਸਾਰਿਆਂ ਨੇ ਅਸੀਂ ਮਾਂ ਬੋਲੀ ਦੀ ਸੇਵਾ ਕਰਨੀ ਹੈ। ਇੱਥੇ ਇਹ ਤਾਂ ਹੈ ਨਹੀਂ ਕਿ ਕੋਈ ਸੰਸਥਾ ਕਿਸੇ ਦੀ ਹੈ, ਸਭ ਦੀਆਂ ਸਾਂਝੀਆਂ ਸੰਸਥਾਵਾਂ। ਜੇ ਅਸੀਂ, ਸਾਨੂੰ ਲੋਕ ਕਹਿੰਦੇ ਨੇ ਕਿ ਸਾਹਿਤਕਾਰ ਦੂਜਿਆਂ ਨੂੰ ਰਸਤਾ ਵਿਖਾਉਂਦੇ ਨੇ ਅਤੇ ਅਸੀਂ ਖੁਦ ਰਾਹਾਂ ਤੋਂ ਭਟਕ ਜਾਵਾਂਗੇ ਅਤੇ ਵੱਡੀ ਗੱਲ ਹੋਵੇਗੀ। ਸਾਡਾ ਤਾਂ ਫਰਜ਼ ਇਹ ਬਣਦਾ ਹੈ, ਕਿਉਂਕਿ ਵੀਰ ਸਾਡਾ ਭਟਕਿਆ ਭੁੱਲਿਆ, ਅਤੇ ਉਸ ਨੂੰ ਬੇਨਤੀ ਕਰਕੇ ਰਲ ਮਿਲ ਕੇ ਸਾਰੇ ਕੋਸ਼ਿਸ਼ ਕਰੀਏ ਮਾਂ ਬੋਲੀ ਦੇ ਲਈ। ਘੱਟੋ ਘੱਟ ਮੈਂ ਜ਼ਰੂਰ ਇਹ ਕਰਾਂਗਾ। ਔਰ ਪੰਜਾਬੀ, ਜੇ ਮੈਂ ਗਜ਼ਲ ਦੀ ਗੱਲ ਕਰਾਂ ਤਾਂ ਸਾਡੇ ਇਲਾਕੇ ਦੇ ਵਿੱਚ ਇੱਥੇ ਭਾਵੇਂ ਹੋਰ ਵੀ ਬੜੇ ਸਾਹਿਤਕਾਰ ਹੋਣਗੇ, ਮੈਂ ਖਿਮਾ ਚਾਹੂੰਗਾ, ਪਰ ਜਨਕ ਦਾ ਮੁਕਾਬਲਾ ਇੱਥੇ ਮੁਸ਼ਕਿਲ ਹੈ ਵਜ਼ਨ ਵਹਿਰ ਦੇ ਪੱਖੋਂ। ਜੋ ਗਜ਼ਲ ਨੂੰ ਉਹਨਾਂ ਨੇ ਅੱਗੇ, ਕਦੇ ਸਮਾਂ ਸੀ ਸਾਡੇ ਉਸਤਾਦ ਜੀ ਵੇਲੇ, ਦੀਪਕ ਸਾਹਿਬ ਵੇਲੇ, ਜਾਂ ਪ੍ਰਿੰਸੀਪਲ ਤਖਤ ਸਾਹਿਬ ਵੇਲੇ, ਸਾਧੂ ਸਿੰਘ ਹਮਦਰਦ ਸਾਹਿਬ ਅਜੀਤ ਦੇ ਸਨ ਮੁੱਖ ਸੰਪਾਦਕ, ਉਹਨਾਂ ਦੇ ਸਮੇਂ ਉਦੋਂ ਲੋਕ ਕਿਹਾ ਕਰਦੇ ਸਨ ਕਿ ਪੰਜਾਬੀ ਵਿੱਚ ਗਜ਼ਲ ਕਹੀ ਨਹੀਂ ਜਾ ਸਕਦੀ। ਉਹਨਾਂ ਲੋਕਾਂ ਨੇ ਇੰਨੇ ਸਿਰਤੋੜ ਯਤਨ ਕੀਤੇ। ਜਨਾਬ ਦੀਪਕ ਜੈਤੋਈ ਸਾਹਿਬ ਦਾ ਨਾਂ 'ਤੇ ਹਮੇਸ਼ਾ ਹੀ ਬੜਾ ਸਤਿਕਾਰਿਆ ਜਾਏਗਾ, ਸ਼੍ਰੋਮਣੀ ਸਾਹਿਤਕਾਰ ਸਨ ਪੰਜਾਬੀ ਦੇ। ਬਿਲਕੁਲ ਉਹਨਾਂ ਦੇ ਨਾਂ 'ਤੇ ਕਦੇ ਇਸ ਪੱਖੋਂ ਅੱਖੋਂ ਪਰੋਖੇ ਕੀਤਾ ਹੀ ਨਹੀਂ ਜਾ ਸਕਦਾ, ਹੈ ਨਾ। ਉਹਨਾਂ ਨੇ ਤਾਂ ਬੜਾ, ਮੈਨੂੰ ਮੇਰੀ ਜ਼ੁਬਾਨ 'ਤੇ ਸ਼ਬਦ ਉਹਨਾਂ ਦੇ ਆ ਰਹੇ ਸਨ, ਨਾ ਕੋਈ ਜੈਨੀ ਬੋਧੀ ਈਸਾਈ ਪਾਰਸੀ ਹੁੰਦਾ, ਜੇ ਇਹ ਮਜ਼ਹਬ ਨਾ ਹੁੰਦੇ ਆਦਮੀ ਫਿਰ ਆਦਮੀ ਹੁੰਦਾ। ਐਡਾ ਸੱਚ ਬਿਆਨਣ ਦੀ ਤਾਕਤ ਉਹਨਾਂ ਵਿੱਚ। ਅਤੇ ਉਹਨਾਂ ਦੇ ਚਰਨ ਇਸ ਧਰਤੀ 'ਤੇ ਨਥੇਹੇ, ਅਤੇ ਇੱਕ ਵਾਰ ਨਹੀਂ ਸੈਂਕੜੇ ਵਾਰ ਦੀਪਕ ਜੈਤੋਈ ਸਾਹਿਬ ਦਾਸਰੇ ਦੀ ਰਿਹਾਇਸ਼ 'ਤੇ ਆਏ, ਮੈਨੂੰ ਨਵਾਜ਼ਦੇ ਰਹਿੰਦੇ, ਬੜੀਆਂ ਬਰੀਕੀਆਂ ਸਾਹਿਤ ਦੀਆਂ ਸਮਝਾਉਂਦੇ ਰਹਿੰਦੇ। ਸੋ ਸਾਰੇ ਪੱਤਰਕਾਰ ਵੀਰ ਜਿੰਨੇ ਵੀ ਸਾਡੇ ਇਲਾਕੇ ਤਲਵੰਡੀ ਸਾਬੋ ਦੇ ਹਨ, ਉਹਨਾਂ ਨੂੰ ਸਨਮਾਨਿਤ ਕਰਨਾ, ਉਹਨਾਂ ਦੀ ਹੌਸਲਾ ਅਫਜ਼ਾਈ ਕਰਨੀ, ਕਿਉਂਕਿ ਪੱਤਰਕਾਰੀ ਮੈਂ ਸਮਝਦਾ ਕਿ ਫੁੱਲਾਂ ਦੀ ਸੇਜ 'ਤੇ ਹੈ ਨਹੀਂ, ਕੰਡਿਆਂ ਦੀ ਸੇਜ ਹੀ ਹੁੰਦੀ ਹੈ, ਜਿੱਥੇ ਸੱਚ ਬਿਆਨਣ ਖਾਤਰ ਪੱਤਰਕਾਰ ਭਰਾਵਾਂ ਨੂੰ ਬੜੇ ਕਸ਼ਟ ਸਹਿਣੇ ਪੈਂਦੇ ਨੇ। ਕੋਈ ਬਹੁਤੀਆਂ ਸਹੂਲਤਾਂ ਨਹੀਂ ਉਹਨਾਂ ਨੂੰ ਮਿਲਦੀਆਂ, ਉਹ ਆਪਣਾ ਤੇਲ ਬਾਲਦੇ ਨੇ, ਪੈਟਰੋਲ ਬਾਲਦੇ ਨੇ। ਉਹ ਮੈਨੂੰ ਪਿੱਛੇ ਜੇ ਕੋਣ ਮੈਂ ਨਾਂ ਨਹੀਂ ਲਵਾਂਗਾ, ਸ਼ਾਇਦ ਮੈਂ ਵੀ ਕਿਸੇ ਸਪਲੀਮੈਂਟ ਦੇ ਪੈਸੇ ਦੇਣੇ ਭੁੱਲ ਗਿਆ ਸੀ, ਅਤੇ ਉਹ ਗੱਲ ਵੀ ਸ਼ਾਇਦ ਉੱਭਰ ਕੇ ਸਾਹਮਣੇ ਆ ਰਹੀ ਹੈ। ਮੈਂ ਮਾਫੀ ਚਾਹੁੰਦਾ ਇਹਦੇ ਵੀਰਾਂ ਤੋਂ, ਉਹ ਯਾਦ ਕਰਾ ਦਿੱਤਾ ਜਾਣਾ ਚਾਹੀਦਾ, ਸਾਨੂੰ ਯਾਦ ਵੀ ਰੱਖਣਾ ਚਾਹੀਦਾ ਜਿੱਥੇ ਮੈਂ ਇਹ ਗੱਲ ਕਹਿੰਦਾ, ਅਤੇ ਉਹ ਸਾਡੇ ਵੀ ਫਰਜ਼ ਹੁੰਦੇ ਨੇ ਮਾफ़ ਕਰਨਾ। ਕਈ ਵਾਰ ਇੱਦਾਂ ਦਾ ਹੋ ਜਾਂਦਾ ਰੁਝੇਵਿਆਂ 'ਚ, ਕਈ ਵਾਰ ਬੰਦਾ ਭੁੱਲ ਜਾਂਦਾ।
ਤੋ ਜਿੰਨੇ ਵੀ ਪੰਜਾਬੀ ਸਾਹਿਤਕਾਰ ਨੇ ਸਾਡੇ ਦਮਦਮਾ ਸਾਹਿਬ ਦੇ ਇਲਾਕੇ ਦੇ, ਚਾਹੇ ਉੱਥੋਂ ਦੇ ਨਿੱਜੀ ਹੋਣ, ਦਮਦਮਾ ਸਾਹਿਬ ਦੇ ਰਹਿਣ ਵਾਲੇ ਨੇ, ਚਾਹੇ ਉਹ ਆਸ ਪੜੋਸ ਤੋਂ ਨੇ, ਉਹਨਾਂ ਦੀ ਸਾਰਾ ਦੀ ਲਿਸਟ ਮੈਂ ਮੰਗਾਵਾਂਗਾ। ਇਹੋ ਜਿਹੇ ਪੱਤਰਕਾਰ ਤੁਸੀਂ ਮੇਰੇ ਸਾਹਮਣੇ ਹੋ। ਮੈਂ ਤੁਹਾਨੂੰ ਵੀ ਬੇਨਤੀ ਕਰਾਂਗਾ ਕਿ ਮੈਨੂੰ ਜਿੰਨੇ ਵੀ ਪੱਤਰਕਾਰ ਵੀਰ ਨੇ ਸਾਡੇ ਗੁਰੂ ਕਾਸ਼ੀ ਦਮਦਮਾ ਸਾਹਿਬ ਦੇ ਪ੍ਰੈਸ ਕਲੱਬ ਦੇ, ਮੈਨੂੰ ਉਹਨਾਂ ਦੀ ਲਿਸਟ ਜਿਹੜੀ ਸੂਚੀ ਉਹ ਦਿੱਤੀ ਜਾਵੇ, ਤਾਂ ਕਿ ਆਉਣ ਵਾਲੇ ਸਮੇਂ 'ਚ ਅਸੀਂ ਕਿ ਵੱਡਾ ਇੱਕ ਸਾਹਿਤਕ ਮੰਚ ਵੱਲੋਂ ਵਧੀਆ ਸਾਹਿਤਕ ਸਮਾਗਮ, ਕਵੀ ਦਰਬਾਰ, ਸੱਭਿਆਚਾਰਕ ਸਮਾਗਮ, ਜਿੱਥੇ ਚੰਗੇ ਗਾਇਕਾਂ ਨੂੰ ਬੁਲਾ ਕੇ ਅਸੀਂ ਲੋਕਾਂ ਦੇ ਰੂਬਰੂ ਹੋ ਸਕੀਏ। ਇਹੋ ਮੇਰਾ ਜੀ। ਅਨੰਤ ਤਲਵੰਡੀ ਸਾਬੋ ਦਮਦਮਾ ਸਾਹਿਬ ਦੀ ਧਰਤੀ ਦੇ ਉੱਪਰ ਜੀ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਾ ਗਠਨ ਵੀ ਹੋ ਚੁੱਕਿਆ ਹੈਗਾ ਹਰਗੋਬਿੰਦ ਸ਼ੇਖਪੁਰੀਆ ਜੀ ਵੱਲੋਂ। ਜੀ ਜੀ। ਉਹਦੇ ਵਿੱਚ ਤੁਹਾਨੂੰ ਬਤੌਰ ਜਿਹੜਾ ਚੇਅਰਮੈਨ ਵੀ ਥਾਪਿਆ ਗਿਆ। ਉਸ ਚੇਅਰਮੈਨੀ ਨੂੰ ਤੁਸੀਂ ਕਿਸ ਤਰੀਕੇ ਨਾਲ ਲੈ ਰਹੇ ਹੋ? ਉਸ ਅਕਾਦਮੀ ਨੂੰ ਤੁਸੀਂ ਕਿਸ ਨਜ਼ਰ ਨਾਲ ਦੇਖਦੇ ਹੋ? ਮੈਂ ਅਕਾਦਮੀ ਨੂੰ ਇੱਕ ਬੜੀ ਜੇ ਬਰੀਕ ਬੀਨੀ, ਤੇਜ਼ ਸੋਚਣੀ ਅਤੇ ਤਿੱਖੀ ਨਜ਼ਰ ਦੇ ਨਾਲ ਵੇਖਾਂ ਜੀ ਤਾਂ ਇਹ ਬਹੁਤ ਵਧੀਆ ਕਦਮ ਹੈ। ਜੇ ਅਗਰ ਕੋਈ ਇਹ ਸਵਾਲ ਕਰੇ ਕਿ ਪਹਿਲਾਂ ਹੀ ਉੱਥੇ ਕਵੀਸ਼ਰੀ ਵਿਕਾਸ ਮੰਚ ਬਣਿਆ ਜੀ, ਉੱਥੇ ਗੁਰੂ ਕਾਸ਼ੀ ਸਾਹਿਤ ਸਭਾ ਬਣੀ ਹੈ, ਸ਼੍ਰੀ ਦਮਦਮਾ ਸਾਹਿਬ ਸਾਹਿਤ ਸਭਾ ਬਣੀ ਹੈ, ਅਤੇ ਇੱਥੇ ਸਾਹਿਤ ਅਕਾਦਮੀ ਦੀ ਕੀ ਲੋੜ ਸੀ, ਅਗਰ ਕਿਸੇ ਦੀ ਸੋਚ ਹੋਵੇ ਜੀ, ਅਤੇ ਫਿਰ ਮੇਰਾ ਇਹ ਜਵਾਬ ਹੈ ਕਿ ਜੇ ਗੁਰੂ ਕਾਸ਼ੀ ਸਾਹਿਤ ਸਭਾ ਸੀ ਤਾਂ ਦਮਦਮਾ ਸਾਹਿਤ ਸਭਾ ਦੀ ਕੀ ਲੋੜ ਸੀ? ਜੀ, ਜੇ ਦਮਦਮਾ ਸਾਹਿਤ ਸਭਾ ਹੈਗੀ ਤਾਂ ਫਿਰ ਗੁਰੂ ਕਾਸ਼ੀ ਸਾਹਿਤ ਸਭਾ ਦੀ ਕੀ ਲੋੜ ਸੀ? ਜੀ। ਕਵੀਸ਼ਰੀ ਵਿਕਾਸ ਮੰਚ ਹੈ। ਮੈਨੂੰ ਖੁਸ਼ੀ ਹੋ ਰਹੀ ਹੈ ਇਸ ਗੱਲ ਦੀ। ਮੈਂ ਸਾ ਦਰਸ਼ਨ ਸਿੰਘ ਭੰਮੇ ਹੋਰਾਂ ਦਾ, ਰੇਵਤੀ ਪ੍ਰਸਾਦ ਸ਼ਰਮਾ ਦਾ, ਦਰਸ਼ਨ ਚੱਠਾ ਜੀ ਦਾ, ਜਨਕਰਾਜ ਜਨਕ ਜੀ ਹੋਰਾਂ ਦਾ, ਹਰਗੋਬਿੰਦ ਸ਼ੇਖਪੁਰੀਆ ਦਾ, ਮੈਂ ਸਭ ਦਾ ਬਰਾਬਰ ਸਤਿਕਾਰ ਕਰਨਾ। ਜੀ। ਚੇਅਰਮੈਨੀ ਹੈ ਅੱਜ ਮੈਨੂੰ ਸੰਭਾਲ ਦਿੱਤੀ ਗਈ ਹੈ, ਕੱਲ੍ਹ ਕਿਸੇ ਹੋਰ ਕੋਲੇ ਜਾ ਸਕਦੀ ਹੈ। 2 ਸਾਲ ਨੂੰ ਚੰਗਾ ਵਿਧਾਨ ਬਣ ਕੇ ਤਾਂ ਸਾਹਮਣੇ ਆ ਜਾਏਗਾ, ਵੋਟਿੰਗ ਹੋਵੇਗੀ, ਵੋਟਾਂ ਪੈਣਗੀਆਂ। ਨਾ ਹਰਗੋਬਿੰਦ ਸਿੰਘ ਸ਼ੇਖਪੁਰੀਆ ਇਹਦੇ ਉੱਤੇ ਆਪਣੇ ਆਪ ਨੂੰ ਕਾਬਜ਼ ਸਮਝ ਸਕਦੇ ਨੇ, ਨਾ ਮੈਂ ਸਮਝ ਸਕਦਾ, ਨਾ ਕੋਈ ਹੋਰ। ਇਹ ਸਾਹਿਤਕ ਸੰਸਥਾਵਾਂ ਨੇ। ਹੁਣ ਜੇ ਕੋਈ ਕਹੇ ਕਿ ਇੱਥੇ ਪਹਿਲਾਂ ਸਾਹਿਤ ਸਭਾਵਾਂ ਹੈਗੀਆਂ ਨੇ ਅਤੇ ਹੋਰ ਕਿਸੇ ਸਾਹਿਤ ਅਕਾਦਮੀ ਦੀ ਕੀ ਲੋੜ ਸੀ? ਫਿਰ ਤਾਂ ਪਹਿਲੇ ਸਕੂਲ ਬੜੇ ਹੈਗੇ ਨੇ, ਫਿਰ ਹੋਰ ਸਕੂਲਾਂ ਦੀ ਕੀ ਲੋੜ ਸੀ? ਜੀ ਬਿਲਕੁਲ। ਇਹ ਤਾਂ ਸਵਾਲ ਤਾਂ ਬਰਾਬਰ ਚੱਲਣਗੇ ਨਾ। ਬਿਲਕੁਲ। ਮੇਰਾ ਜੀਅ ਕਰਿਆ, ਮੈਥੋਂ ਜਿੰਨਾ ਚਿਰ ਸੇਵਾ ਹੋਏਗੀ, ਵਧੀਆ ਨਿਯਮ ਹੋਣਗੇ, ਮੈਂ ਸਾਹਿਤ ਅਕਾਦਮੀ ਦੀ ਸੇਵਾ ਕਰਦਾ ਰਹਾਂਗਾ। ਮੈਂ ਕਵੀਸ਼ਰੀ ਵਿਕਾਸ ਮੰਚ ਨੂੰ ਵੀ, ਮੈਂ ਭੰਮੇ ਸਾਹਿਬ ਨੂੰ ਕਹਿ ਕੇ ਮੈਨੂੰ ਮੈਂਬਰ ਬਣਾਓ, ਮੈਂ ਗੁਰੂ ਕਾਸ਼ੀ ਦਮਦਮਾ ਸਾਹਿਬ ਨੂੰ ਕਹਿੰਦਾ ਮੈਂ ਮੈਂਬਰ ਬਣਾਓ। ਮੈਂ ਦਮਦਮਾ ਸਾਹਿਬ ਸਾਹਿਤ ਸਭਾ ਦਾ ਮੈਂਬਰ ਸੀ ਪਹਿਲਾਂ, ਚਲੋ ਇੱਧਰ ਸਾਹਿਤ ਸਭਾ ਬਣ ਗਈ ਸੀ ਨਥੇ, ਅਤੇ ਉੱਧਰ ਧਿਆਨ ਇਕੱਠਾ ਰਿਹਾ। ਜਗਰੂਪ ਸਿੰਘ ਮਾਨ ਹੋਰਾਂ ਦਾ ਕਰਜ਼ ਅਸੀਂ ਨਹੀਂ ਚੁਕਾ ਸਕਦੇ। ਜਸਪਾਲ ਮਾਨਖੇੜਾ, ਰਣਵੀਰ ਰਾਣਾ ਨੇ, ਸਾਡੇ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੋਂ ਨੇ, ਉਹਨਾਂ ਨੇ ਬਹੁਤ ਵਧੀਆ ਸਾਹਿਤਕ ਦੇਣ ਦਿੱਤੀ ਹੈ ਜੀ। ਮੈਨੂੰ ਦੁੱਖ ਹੈ ਕਿ ਜਗਰੂਪ ਮਾਨ ਸਾਡੇ ਦੇ ਵਿੱਚ ਨਹੀਂ ਹਨ। ਕਦੇ ਗੋਬਿੰਦ ਰਾਮ ਲਹਿਰੀ ਦੇ ਰੂਬਰੂ ਸਨਮਾਨ ਰੱਖਣਾ, ਪ੍ਰੋਗਰਾਮ ਰੱਖਣਾ, ਕਦੇ ਜਗਰੂਪ ਮਾਨ ਜੀ ਹੋਰਾਂ ਨੂੰ ਬੁਲਾਉਣਾ, ਕਦੇ ਜਨਕਰਾਜ ਜੀ ਹੋਰਾਂ ਨੂੰ ਬੁਲਾਉਣਾ, ਕਦੇ ਮਾਨਖੇੜਾ ਸਾਹਿਬ ਨਾਲ, ਕਦੇ ਰਣਵੀਰ ਰਾਣਾ ਨਾਲ ਰੂਬਰੂ ਹੋਣਾ। ਨਥੇ ਦੇ ਸਕੂਲਾਂ 'ਚ ਅਸੀਂ ਬੋਰਡਾਂ 'ਤੇ ਬੈਨਰ ਲਿਖ ਲੈਂਦੇ ਕਿਉਂਕਿ ਆਰਥਿਕ ਮੰਦਹਾਲੀ ਸੀ, ਪਰ ਵੱਡੇ ਸਮਾਗਮ ਹੋਏ ਇੱਥੇ, ਬਹੁਤ ਵੱਡੇ ਸਮਾਗਮ ਵੀ ਹੋਏ। ਸੋ ਮੈਂ ਚਾਹੁੰਦਾ ਕਿ ਉਹ ਸਮਾਗਮ ਦੁਬਾਰਾ ਫਿਰ ਹੋਣ, ਇਸ ਧਰਤੀ 'ਤੇ ਰੌਣਕਾਂ ਪਰਤਣ ਇਸ ਤਰ੍ਹਾਂ ਦੀਆਂ। ਦਮਦਮਾ ਸਾਹਿਬ ਸਭਾ ਦੇ ਮਾਫ਼ ਕਰਨਾ, ਮੈਂ ਦਮਦਮਾ ਸਾਹਿਬ ਸਭਾ ਨਹੀਂ ਕਹਿਣਾ ਚਾਹੁੰਦਾ ਸੀ, ਦਮਦਮਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਕਿੰਨੇ ਧਾਰਮਿਕ ਸਮਾਗਮ ਹੁੰਦੇ ਨੇ, ਬਹੁਤ ਵਧੀਆ ਜਾਣਕਾਰੀ, ਕਿੰਨਾ ਗੁਰੂ ਦੀ ਉੱਥੇ ਕਿਰਪਾ, ਸਾਨੂੰ ਜਾ ਕੇ ਕਿੰਨਾ ਆਨੰਦ ਮਿਲਦਾ, ਸ਼ਾਂਤੀ ਮਿਲਦੀ ਹੈ। ਤਖ਼ਤ ਸਾਹਿਬ 'ਤੇ ਜਾਂਦੇ ਹਾਂ, ਹੋਰ ਗੁਰੂ ਘਰਾਂ ਜਾਂਦੇ ਹਾਂ, ਸਾਰੇ ਧਰਮ ਬਰਾਬਰ ਨੇ, ਸਭ ਧਰਮਾਂ ਦੇ ਲੋਕ ਮੈਂ ਵੇਖਦਾ ਉਹਦੇ ਇਕੱਠੇ ਕਥਾ ਸੁਣਨ ਆਉਂਦੇ ਨੇ, ਮੱਥਾ ਟੇਕਦੇ ਨੇ। ਉਹਨਾਂ ਵਿੱਚ ਹਿੰਦੂ ਭਰਾ ਵੀ ਹੁੰਦੇ ਨੇ, ਮੁਸਲਮਾਨ ਵੀਰ ਵੀ ਹੁੰਦੇ ਨੇ, ਸਿੱਖ ਵੀ ਹੁੰਦੇ ਨੇ, ਈਸਾਈ ਵੀ ਹੁੰਦੇ ਨੇ। ਕੌਣ ਨਹੀਂ ਜਾਂਦਾ? ਸਾਰੇ ਜਾਂਦੇ ਨੇ। ਸਾਰੇ ਸਾਂਝੇ ਹਾਂ ਅਸੀਂ। ਜੇ ਸਾਂਝੇ ਹਾਂ ਅਤੇ ਅਸੀਂ ਸਾਂਝੀ ਵਾਲਤਾ ਨੂੰ ਕਿਉਂ ਨਹੀਂ ਅਪਣਾਉਂਦੇ? ਇਹਦਾ ਮੈਨੂੰ ਦੁੱਖ ਹੈ। ਜਦੋਂ ਕੋਈ ਬੰਦਾ ਇੱਕ ਦੂਸਰੇ ਬਾਰੇ ਕੁਛ ਕਹਿੰਦਾ ਅਤੇ ਸੱਚੀ ਗੱਲ ਹੈ, ਮੈਨੂੰ ਤਾਂ ਇਸ ਗੱਲ ਬਾਰੇ ਮੈਨੂੰ ਗੱਲ ਜੱਚਦੀ ਨਹੀਂ। ਮੈਂ ਕਹਿੰਦਾ ਵੀ ਜਿੰਨੇ ਵੀ ਸਾਹਿਤਕਾਰ ਨੇ, ਜਿੰਨੇ ਵੀ ਪੱਤਰਕਾਰ ਭਰਾ ਨੇ, ਜਿੰਨੇ ਵੀ ਸਮਾਜ ਸੇਵਕ ਨੇ, ਜਿੰਨੇ ਵੀ ਖਿਡਾਰੀ ਨੇ, ਜਿਸ ਵੀ ਖੇਤਰ ਦੇ ਵਿੱਚ ਜਿਹਦਾ ਜਿਸ ਤਰ੍ਹਾਂ ਵੀ ਨਾਂ ਹੈ, ਉਹ ਸਾਰਿਆਂ ਨੂੰ ਸਾਨੂੰ ਮਤਲਬ ਕਿ ਬੜੀ ਇਕਾਗਰਤਾ ਦੇ ਨਾਲ, ਸਾਡੀ ਵਿਚਾਰਕ ਮਤਭੇਦ ਹੋ ਸਕਦੀ ਹੈ, ਸਾਡਾ ਮਾਂ ਬੋਲੀ ਨਾਲ ਤਾਂ ਕੋਈ ਮਤਭੇਦ ਨਹੀਂ, ਕਿ ਉਸ ਦੇ ਨਾਲ ਵੀ ਹੋ ਸਕਦਾ। ਅਗਰ ਐਸਾ ਹੈ ਤਾਂ ਉਹ ਮਾੜੀ ਗੱਲ ਹੈ। ਮੈਂ ਚਾਹੁੰਦਾ ਕਿ ਸਾਰੀਆਂ ਸਾਹਿਤਕ ਸਭਾਵਾਂ, ਚਾਹੇ ਗੁਰੂ ਕਾਸ਼ੀ ਸਾਹਿਤ ਸਭਾ ਹੈ, ਵੈਸੇ ਮੈਨੂੰ ਪੁੱਛਿਆ ਨਹੀਂ ਗਿਆ ਇਹਦੇ ਬਾਰੇ, ਮੈਂ ਆਪਣੇ ਕੋਲੋਂ ਜਵਾਬ ਦੇ ਰਿਹਾ। ਮੈਂ ਗੁਸਤਾਖੀ ਵੀ ਚਾਹੁੰਦਾ ਇਸ ਗੱਲ ਦੀ, ਕਈ ਮੇਰੇ ਵੀਰ ਕਿਤੇ ਮੇਰੀ ਇਸ ਗੱਲ ਨੂੰ ਵੀ ਗਲਤ ਨਾ ਲੈ ਜਾਣ। ਗੁਰੂ ਕਾਸ਼ੀ ਸਾਹਿਤ ਸਭਾ, ਸ਼੍ਰੀ ਦਮਦਮਾ ਸਾਹਿਤ ਸਭਾ, ਕਵੀਸ਼ਰੀ ਵਿਕਾਸ ਮੰਚ, ਗੁਰੂ ਕਾਸ਼ੀ ਸਾਹਿਤ ਅਕਾਦਮੀ, 4 ਸੰਸਥਾਵਾਂ ਨੇ, ਹੋਰ ਬੜੀਆਂ ਨੇ। ਬਾਬਾ ਫਰੀਦ ਬੇਸਹਾਰਾ ਗਰੀਬ ਕਲੱਬ ਸ਼ਾਇਦ ਹੈ। ਕਿੰਨੇ ਉਦਮ ਨੇ। ਇੱਕ ਮਾਲਵਾ ਕੋਈ ਸ਼ਾਇਦ, ਮੈਨੂੰ ਇੱਦਾਂ ਕਰਕੇ ਮੈਂ ਹੁਣ ਭੁੱਲ ਗਿਆ ਨਾਂ ਹੈ। ਹੋਰ ਬੜੇ ਇਸ ਤਰ੍ਹਾਂ ਦੇ ਕਲੱਬ ਹੈਗੇ ਨੇ।
ਚੈਰੀਟੇਬਲ ਟਰਸਟ ਹੈਗੇ, ਹਾਂਜੀ ਹਾਂ, ਸਾਰੇ ਹੈਗੇ ਨੇ। ਸਾਰਿਆਂ ਦੀ ਸਤਿਕਾਰ ਹੈ ਜੀ, ਜਿਹੜੇ ਸਮਾਜ ਦੇ ਕਿਸੇ ਵੀ ਖੇਤਰ ਵਿੱਚ ਸੇਵਾ ਕਰਦੇ ਨੇ। ਮੈਂ ਤਾਂ ਆਪਣੇ ਵੱਲੋਂ ਸੱਚੀ ਗੱਲ ਉਹਨਾਂ ਦੇ ਪੈਰ ਧੋ ਕੇ ਪੀਣ ਨੂੰ ਤਿਆਰ ਹਾਂ। ਮੈਨੂੰ ਕੋਈ ਕੁਛ ਕਵੇ, ਮੈਨੂੰ ਤਾਂ ਕਿਸੇ ਨੇ ਕੁਛ ਕਿਹਾ ਨਹੀਂ, ਵੈਸੇ ਕੁਛ ਵੀ ਆਖੇ, ਪਰ ਮੈਂ ਤਾਂ ਇਹ ਕਹਿੰਦਾ ਕਿ ਉਹ ਸਾਰੇ ਮੇਰੇ ਆਪਣੇ ਨੇ। ਕੋਈ ਮੈਨੂੰ ਇਹ ਸਮਝ ਸਕਦਾ ਹੈ ਕਿ ਬਲਵੀਰ ਸਿੰਘ ਸਨੇਹੀ ਸਾਡਾ ਨਹੀਂ, ਪਰ ਮੇਰੀ ਸੋਚ ਇਹ ਕਹਿੰਦੀ ਹੈ ਕਿ ਸਾਰੇ ਮੇਰੇ ਆਪਣੇ ਨੇ। ਮੈਨੂੰ ਜਦ ਕੋਈ ਵੀ ਉਸ ਧਰਤੀ 'ਤੇ ਮਿਲਦਾ ਹੈ ਤਾਂ ਮੈਨੂੰ ਬੜੀ ਖੁਸ਼ੀ ਹੁੰਦੀ ਹੈ। ਅਤੇ ਮੇਰਾ ਹੁਣ ਇੱਕੋ ਹੀ ਮਕਸਦ ਹੈ ਕਿ ਸਾਹਿਤਕ ਮੰਚ ਨਥੇਹਾ ਦੇ ਬੈਨਰ ਵੱਲੋਂ, ਸਿਰਫ ਇਸੇ ਸੰਸਥਾ ਵੱਲੋਂ ਅਸੀਂ ਇਹ ਪ੍ਰੋਗਰਾਮ ਆਯੋਜਿਤ ਕਰਾਂਗੇ। ਸੱਦਾ ਸਾਰਿਆਂ ਨੂੰ ਦੇਵਾਂਗੇ, ਮਾਣ ਸਨਮਾਨ ਸਭ ਦਾ ਹੋਏਗਾ। ਜਿੰਨੇ ਪੱਤਰਕਾਰ ਭਰਾ ਨੇ, ਜਿੰਨੇ ਸਾਹਿਤਕਾਰ ਨੇ, ਸਭ ਨੂੰ ਸੱਦ ਕੇ ਉਹਨਾਂ ਦੇ ਦਰਸ਼ਨ ਕਰਕੇ, ਉਹਨਾਂ ਦੇ ਵਿਚਾਰ ਜਾਣ ਕੇ, ਉਹਨਾਂ ਦੇ ਰਚਨਾਵਾਂ ਸੁਣ ਕੇ, ਬਲਕਿ ਜਨਕਰਾਜ ਜੀ ਹੋਰਾਂ ਨੂੰ ਤਾਂ ਮੈਂ ਉੱਥੇ ਤੱਕ ਬੇਨਤੀ ਕਰਾਂਗਾ, ਰਣਵੀਰ ਰਾਣਾ ਜੀ ਨੂੰ ਬੇਨਤੀ ਕਰਾਂਗਾ ਕਿ ਬਲਕਿ ਉੱਥੇ ਬਲੈਕ ਬੋਰਡ ਰੱਖ ਕੇ ਉਹ ਗਜ਼ਲ ਦੇ ਨਿਯਮ ਸਾਡੇ ਨਵੇਂ ਸ਼ਾਗਿਰਦ ਨੇ ਜਿਹੜੇ ਜਾਂ ਨਵੇਂ ਵੀਰ ਨੇ ਉਹਨਾਂ ਨੂੰ ਸਮਝਾਉਣ, ਤਾਂ ਕਿ ਉਹ ਅੱਗੇ ਸਿੱਖ ਸਕਣ ਜੀ। ਨਵੇਂ ਜਿਹੜੇ ਸਾਡੇ ਲਿਖਣ ਵਾਲੇ ਨੇਗੇ, ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਕਿ ਦਬੜੂ ਘੁਸੜੂ ਵਾਲੀ ਗੱਲ, ਆਮ ਤੌਰ 'ਤੇ ਦੇਖਿਆ ਗਿਆ ਕਿ ਚਾਹੇ ਉਹ ਨਵੇਂ ਆ ਤੇ ਚਾਹੇ ਪੁਰਾਣੇ ਆ, ਪਰ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਬਹੁਤ ਇੱਦਾਂ ਦਾ ਕੁਛ ਲਿਖਿਆ ਜਾ ਰਿਹਾ ਜਿਹੜਾ ਨਹੀਂ ਚਾਹੀਦਾ ਸਾਡੇ ਪੰਜਾਬੀ ਸਾਹਿਤ ਦੇ ਵਿੱਚ। ਉਹਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ, ਕੀ ਕਹਿਣਾ ਚਾਹੋਗੇ? ਉਹਨਾਂ ਨੂੰ ਮੇਰੀ ਉਹਨਾਂ ਦੇ ਚਰਨਾਂ 'ਤੇ ਸਿਰ ਰੱਖ ਕੇ ਸਿਨੇਮਰ ਭਾਵਨਾ ਹੈ ਕਿ ਨਦੀ ਉਦੋਂ ਤੱਕ ਨਦੀ ਹੁੰਦੀ ਹੈ ਜਦ ਤੱਕ ਉਹ ਕਿਨਾਰਿਆਂ ਦੀ ਕੈਦ ਵਿੱਚ ਰਹਿੰਦੀ ਹੈ। ਜਦੋਂ ਕਿਨਾਰੇ ਟੁੱਟ ਜਾਂਦੇ ਨੇ, ਉਹੀ ਪਾਣੀ ਸਾਨੂੰ ਡੋਬਦਾ ਹੈ। ਹਰ ਚੀਜ਼ ਦਾ ਕੋਈ ਕਿਨਾਰਾ ਹੁੰਦਾ ਹੈ। ਹਾਂ, ਕਵਿਤਾ ਦੇ ਹੋਰ ਵੀ ਬਹੁਤ ਸਾਰੇ ਗੁਣ ਹੁੰਦੇ ਨੇ। ਹੁਣ ਜੇ ਮੈਨੂੰ ਵਜਨ ਵਹਿਰ ਵਿੱਚ ਨਹੀਂ ਲਿਖਣਾ ਆਉਂਦਾ ਅਤੇ ਅੱਜ ਵੀ ਮੁਆਫ ਕਰ ਦੇਣਾ, ਮੈਂ ਜਨਕਰਾਜ ਜਨਕ ਹੋਰਾਂ ਪਾਸੋਂ, ਇਹ ਬੜੱਪਣ ਹੈ ਜਨਕਰਾਜ ਜੀ ਹੋਰਾਂ ਦਾ ਕਿ ਉਹਨਾਂ ਦੀ ਨਿਗਾਹ ਬਹੁਤ ਘੱਟ ਚੁੱਕੀ ਹੈ, ਪਰ ਫਿਰ ਵੀ ਉਹ ਇਸਲਾਹ ਮਸ਼ਵਰਾ ਦਿੰਦੇ ਨੇ। ਜਿੱਥੇ ਗਲਤੀ ਹੁੰਦੀ ਹੈ ਉਹ ਸਮਝਾਉਂਦੇ ਨੇ। ਹਾਲਾਂਕਿ ਹੋ ਸਕਦਾ ਉਮਰ ਵਿੱਚ ਮੈਂ ਵੱਡਾ ਹੋਵਾਂਗਾ, ਤਜਰਬਾ ਉਹਨਾਂ ਦਾ ਵੱਡਾ ਹੈ। ਮੈਨੂੰ ਇਸ ਗੱਲ ਕਹਿਣ ਦੇ ਵਿੱਚ ਜੇ ਮੈਂ ਇਸ ਗੱਲ 'ਤੇ ਸ਼ਰਮਾਵਾਂਗਾ ਤਾਂ ਸ਼ਾਇਦ ਮੇਰੀ ਬੜੀ ਬਦਕਿਸਮਤੀ ਹੋਏਗੀ। ਅਤੇ ਬਾਕੀ ਸਾਰਿਆਂ ਨੂੰ ਮੈਂ ਕਹਿਣਾ ਚਾਹੂੰਗਾ ਕਿ ਉਹ ਹੱਦ ਬੰਨੇ 'ਚ ਰਹਿਣ। ਬਾਕੀ ਮੈਂ ਇੱਥੇ ਇਹ ਵੀ ਕਹਾਂਗਾ ਕਿ ਛੋਟੇ ਹੁੰਦੇ ਜਦੋਂ ਅਸੀਂ ਬੱਚੇ ਸੀ ਅਤੇ ਪਾਪਾ ਸ਼ਬਦ ਕਹਿਣਾ ਨਹੀਂ ਆਉਂਦਾ ਸੀ, ਅਤੇ ਚਾਚਾ ਨਹੀਂ ਕਹਿਣਾ ਆਉਂਦਾ ਸੀ ਤਾਂ ਤਾਤਾ ਕਹਿ ਦਿੰਦੇ ਸੀ, ਪਾਣੀ ਨਹੀਂ ਕਹਿਣਾ ਆਉਂਦਾ ਸੀ ਅਤੇ ਮਾਣੀ ਕਹਿ ਦਿੰਦੇ ਸੀ। ਸਾਡੇ ਮਾਂ ਪਿਓ ਸਾਨੂੰ ਕੋਈ ਸਜ਼ਾ ਨਹੀਂ ਦਿੰਦੇ ਸੀ, ਸ਼ਾਇਦ ਉਹ ਸਾਡੀ ਬੋਲੀ ਨੂੰ ਬੜਾ ਪਿਆਰਾ ਸਮਝਦੇ ਸੀ। ਅਤੇ ਮੈਂ ਸਮਝਦਾ ਨਵੇਂ ਸ਼ਹਿਰ ਦੇ ਕੋਈ ਗਲਤੀ ਕਰਦੇ ਵੀ ਨੇ ਅਤੇ ਉਹਨਾਂ ਦੀਆਂ ਗਲਤੀਆਂ ਨੂੰ ਥੋੜ੍ਹੇ ਅਸੀਂ ਮੁੱਖ ਰੱਖਾਂਗੇ। ਉਹ ਜੇ ਲਿਖਣਾ ਸਿੱਖਣਗੇ, ਉਹਨਾਂ ਦੀ ਕੋਈ ਰਚਨਾ ਛਪੇਗੀ, ਸਾਨੂੰ ਪਤਾ ਲੱਗੇਗਾ ਕਿ ਉਹਨਾਂ ਦੇ ਵਿੱਚ ਇੱਥੇ ਆ ਘਾਟ ਹੈ, ਫਿਰ ਹੀ ਅਸੀਂ ਉਹਨਾਂ ਨੂੰ ਕੁਛ ਦੱਸਣ ਜੋਗਰੇ ਹੋਵਾਂਗੇ ਨਾ। ਹੁਣ ਰੁੱਖ ਅਤੇ ਬਿਰਖ ਵਿੱਚ ਬੜਾ ਫਰਕ ਹੈ ਜੀ। ਰੁੱਖ ਇੱਕ ਅਲੱਗ ਚੀਜ਼ ਹੈ, ਬਿਰਖ ਇੱਕ ਅਲੱਗ ਚੀਜ਼ ਹੈ। ਉਹਨਾਂ ਦੇ ਅਰਥ ਵੱਖਰੇ ਵੱਖਰੇ ਨੇ ਜੀ। ਹੈ ਤਾਂ ਦੋਵੇਂ ਦਰਖਤ। ਹੰਝੂ ਇੱਕ ਵੱਖਰਾ ਅਰਥ ਰੱਖਦਾ ਹੈ ਜੀ, ਅਥਰੂ ਇੱਕ ਵੱਖਰਾ ਅਰਥ ਰੱਖਦਾ ਹੈ, ਠੇਡਾ ਇੱਕ ਵੱਖਰਾ ਅਰਥ ਰੱਖਦਾ ਅਤੇ ਠੁੱਡਾ ਇੱਕ ਵੱਖਰਾ ਅਰਥ ਰੱਖਦਾ। ਇਹ ਤਾਂ ਹੈ ਹੀ ਨਾ ਜੀ। ਨੰਨੇ ਨੂੰ ਕੰਨਾ ਲੱਲਾ ਸ਼ਬਦ ਲਾ ਦਿਓ ਤਾਂ ਉਹਦਾ ਅਰਥ ਵੱਖਰਾ ਹੈ, ਲੱਲੇ ਪਰ ਬਿੰਦੀ ਲਾ ਦਿਓ ਤਾਂ ਉਹਦਾ ਅਰਥ ਬੜਾ ਬਦਲ ਜਾਣਾ ਜੀ। ਖੱਖੇ ਕੰਨਾ ਰਾਰਾ ਖਾਰ ਹੈ, ਇਹਦਾ ਅਰਥ ਹੋਰ ਹੈ, ਅਤੇ ਖੱਖੇ ਨੂੰ ਕੰਨਾ ਪੈਰ 'ਚ ਬਿੰਦੀ ਲਾ ਕੇ ਰਾਰਾ ਖਾਰ ਲਿਖ ਦਿਓ ਅਤੇ ਉਹਦਾ ਅਰਥ ਹੋਰ ਬਣ ਜਾਣਾ ਜੀ। ਸਾਡੀ ਅੱਜ ਦੀ ਜਿਹੜੀ ਪੀੜ੍ਹੀ ਹੈ ਨਾ, ਹੁਣ ਕਰੋਨਾ ਕਾਲ ਕਰਕੇ ਤੁਹਾਨੂੰ ਪਤਾ ਵਿਦਿਅਕ ਤੌਰ 'ਤੇ ਸਾਡਾ ਕਿੰਨਾ ਨੁਕਸਾਨ ਹੋਇਆ। ਚਲੋ ਸ਼ਹਿਰੀ ਬੱਚੇ ਹੋਣਗੇ ਜਾਂ ਅਮੀਰ ਘਰਾਂ ਦੇ ਪਿੰਡਾਂ 'ਚ ਬੱਚੇ ਨੇ ਟਿਊਸ਼ਨਾਂ ਰੱਖੀਆਂ, ਕੀ ਤੁਸੀਂ ਉਹਨਾਂ ਲੋਕਾਂ ਬਾਰੇ ਦਿਲ 'ਤੇ ਹੱਥ ਧਰ ਕੇ ਸੋਚਣਾ ਚਾਹੋਗੇ ਜਿਨ੍ਹਾਂ ਦੇ ਬੱਚਿਆਂ ਨੂੰ ਟਿਊਸ਼ਨ ਫੀਸ 'ਤੇ ਉਹ ਕਿਤੇ ਟਿਊਸ਼ਨ 'ਤੇ ਪੜ੍ਹਾ ਹੀ ਨਹੀਂ ਸਕਦੇ ਵਿਚਾਰੇ। ਅਤੇ ਉਹ ਤਾਂ ਡੇਢ ਸਾਲ ਹੋ ਗਿਆ ਜੀ ਕਰੋਨਾ ਦੀ ਮਾਰ ਕਰਕੇ, ਉਹ 'ਤੇ ਕੰਮ ਠੱਪ ਹੈ। ਮੈਂ ਇੱਕ ਵਾਰ ਸੋਚਿਆ ਸੀ ਕਿ ਮੈਂ ਆਪਣੇ ਪਿੰਡ ਦੇ ਬੱਚਿਆਂ ਨੂੰ ਘੱਟੋ ਘੱਟ ਸਪੀਕਰ 'ਚ ਬੁਲਾ ਦੇਵਾਂ ਕਿ ਮੇਰੇ ਕੋਲ ਬੱਚੇ ਆ ਕੇ ਜਿੰਨਾ ਕੁ ਮੈਂ ਪੜ੍ਹਾ ਸਕਦਾ, ਅਤੇ ਕਿਉਂਕਿ ਬਤੌਰ ਟੀਚਰ ਮੈਂ ਆਪਣੀ ਜ਼ਿੰਦਗੀ ਗੁਜ਼ਾਰੀ ਹੈ ਅਤੇ ਪੜ੍ਹਾਵਾਂ। ਪਰ ਫਿਰ ਆ ਕਰੋਨਾ ਦਾ ਸੀ, ਚੰਗਾ ਕੰਮ ਕਰਨ ਲੱਗਦੇ ਸੀ ਅਤੇ ਮੈਨੂੰ ਐਂ ਲੱਗਦਾ ਸ਼ਿਕਾਇਤ ਹੋ ਜਾਏਗੀ ਕਿ ਇਹਦੀ ਬੱਚਿਆਂ ਨੂੰ ਇਕੱਠਾ ਕਰੀ ਖੜਾ, ਇਹ ਮਰਵਾਊ। ਅਤੇ ਉੱਥੇ ਅਸੀਂ ਉਹ ਸਾਡੀ ਜਿਹੜਾ ਨੁਕਸਾਨ ਹੈ ਹੋਇਆ, ਸਾਡੀ ਭਰਪਾਈ ਉਹ ਕਦੇ ਨਹੀਂ ਹੋਏਗੀ। ਸੋ ਨਵੇਂ ਸਾਹਿਤਕਾਰ ਨੇ, ਨਵੇਂ ਸ਼ਾਇਰ ਨੇ, ਮੈਂ ਸਾਰੇ ਸਾਡੇ ਜਿਹੜੇ ਸਥਾਪਿਤ ਸਾਹਿਤਕਾਰ ਨੇ ਇਲਾਕੇ ਦੇ, ਚਲੋ ਸਥਾਪਿਤ ਜਿੰਨਾ ਕਿਸੇ ਨੂੰ ਕੁਛ ਆਉਂਦਾ ਇਹ ਕਹਿ ਲਓ, ਚਲੋ ਮੈਂ ਤਾਂ ਆਪਣੇ ਆਪ ਨੂੰ ਬਿਲਕੁਲ ਬੇਸਮਝ ਸਮਝਦਾ, ਪਰ ਫਿਰ ਵੀ ਜੇ ਕੋਈ ਮੈਥੋਂ ਕੋਈ ਗੱਲ ਜਿੰਨਾ ਕੁ ਮੈਨੂੰ ਪਤਾ ਹੈ ਤਾਂ ਮੈਂ ਉਹ ਸਮਾਂ ਕੱਢਾਂਗਾ ਜੀ ਨਵੇਂ ਸ਼ਹਿਰਾਂ ਵਾਸਤੇ। ਜਨਕਰਾਜ ਜੀ ਨੂੰ ਤਾਂ ਵਿਸ਼ੇਸ਼ ਤੌਰ 'ਤੇ ਬੇਨਤੀ ਕਰਾਂਗਾ ਕਿ ਉਹ ਗਜ਼ਲ ਦੇ ਮਾਹਰ ਨੇ, ਪਿੰਗਲ ਅਰੂਜ ਉਹਨਾਂ ਨੇ ਪੜ੍ਹੇ ਹੈ, ਅਤੇ ਉਹ ਜ਼ਰੂਰ ਨਵੇਂ ਸ਼ਹਿਰਾਂ ਨੂੰ ਦੀ ਇੱਕ ਕਲਾਸ ਲੈਣ। ਉਹ ਬਕਾਇਦਾ ਟਾਈਮ ਕੱਢ ਕੇ ਮੈਨੂੰ ਬੇਨਤੀ ਕਰੂੰਗਾ ਜੀ। ਅਤੇ 5 ਮੈਂਬਰੀ ਕਮੇਟੀ ਦਾ ਮੈਨੂੰ ਚੇਅਰਮੈਨ ਨਿਯੁਕਤ ਕਰ ਦਿੱਤਾ ਗਿਆ ਸਰਬਸੰਮਤੀ ਨਾਲ। ਚਲੋ ਮੈਂ ਇਸ ਗੱਲ ਨੂੰ ਸਮਝਦਾ ਕਿ ਮੈਨੂੰ ਇਹ ਸੇਵਾ ਸੌਂਪੀ ਹੈ ਅਤੇ ਸ਼ਾਇਦ ਇਹ ਵੱਡੇ ਭਾਗ ਨੇ। ਮੈਂ ਸਮਝਦਾ ਗੁਰੂ ਕਾਸ਼ੀ ਦੀ ਪਵਿੱਤਰ ਧਰਤੀ ਤੋਂ ਮੇਰੇ ਸਿਰ 'ਤੇ ਹੱਥ ਰੱਖਿਆ ਅਤੇ ਮੈਨੂੰ ਇਹ ਮਾਣ ਬਖਸ਼ਿਆ। ਇਹ ਸਰੀਵੀ ਮਾਣ ਤਾਂ ਹੁੰਦੇ ਨਹੀਂ ਕਿ ਸਦਾ ਲਈ ਹੁੰਦੇ ਨੇ,
ਚਲੋ ਮੈਂ ਕਹਿੰਦਾ ਇਹ ਮੇਰੀ ਆਉਣ ਵਾਲੀਆਂ ਪੀੜ੍ਹੀਆਂ ਲਈ, ਮੇਰੀ ਔਲਾਦ ਲਈ, ਮੇਰੇ ਪਰਿਵਾਰ ਲਈ, ਮੇਰੇ ਖਾਨਦਾਨ ਲਈ ਚਲੋ ਮੈਂ ਸਮਝਦਾ ਕਿ ਇੱਕ ਵਧੀਆ ਗੱਲ ਹੋਏਗੀ ਕਿ ਕਦੇ ਸਾਹਿਤ ਅਕਾਦਮੀ ਦਾ ਸਾਡੇ ਕਿਸੇ ਪੁਰਖੇ ਨੂੰ, ਸਾਡੇ ਕਿਸੇ ਵਡੇਰੇ ਨੂੰ ਚੇਅਰਮੈਨ ਬਣਾਇਆ ਗਿਆ ਸੀ। ਜੀ ਪਰ ਸਾਹਿਤ ਅਕਾਦਮੀ ਕਿਸੇ ਇੱਕ ਦੀ ਨਹੀਂ। ਜੀ ਹਰਗੋਬਿੰਦ ਸਿੰਘ ਸ਼ੇਖਪੁਰੀਆ ਪ੍ਰਧਾਨ ਨੇ, ਮੈਂ ਪਹਿਲਾਂ ਵੀ ਕਹਿ ਚੁੱਕਿਆ, ਜੀ ਉਹਨਾਂ ਨੂੰ ਉਹਨਾਂ ਦੇ ਮਨ 'ਚ ਚਾਅ ਸੀ ਜਾਂ ਕਿਸੇ ਸਾਥੀਆਂ ਨੇ ਰਾਏ ਦਿੱਤੀ, ਉਹਨਾਂ ਨੇ ਗਠਨ ਕੀਤਾ ਅਤੇ ਵਧੀਆ ਗੱਲ ਹੈ, ਸਹਿਯੋਗ ਸਾਰਿਆਂ ਨੂੰ ਦੇਣਾ ਚਾਹੀਦਾ। ਜਿੱਥੇ ਕਿ ਨਿਯਮਾਂ ਦੀ ਗੱਲ, ਇਹ ਉਹਨਾਂ ਨੇ ਅਨਾਊਂਸ ਕੀਤਾ ਜੀ ਘੱਟੋ ਘੱਟ ਇੱਕ ਪੁਸਤਕ ਜਾਂ ਛਪੀ ਹੋਵੇ ਜਾਂ ਘੱਟੋ ਘੱਟ ਕਿਸੇ 5-7 ਮੈਗਜ਼ੀਨਾਂ ਅਖਬਾਰਾਂ ਦੇ ਵਿੱਚ ਰਚਨਾਵਾਂ ਛਪੀਆਂ ਹੋਣ ਅਤੇ ਉਹ ਇਹ ਸਾਹਿਤ ਅਕਾਦਮੀ ਦਾ ਹਿੱਸਾ ਬਣ ਸਕਦੇ ਨੇ। ਕੁਝ ਕਬੀਰਾਂ ਨੂੰ ਉਹਨਾਂ ਦੀ ਚੰਗੀ ਪੜ੍ਹਾਈ ਲਈ ਵੀ ਸਾਹਿਤ ਅਕਾਦਮੀ 'ਚ ਥਾਂ ਦਿੱਤਾ ਗਿਆ, ਪਰ ਜਦੋਂ ਉੱਥੇ ਉਹ ਜਾਰੀ ਕਰ ਦਿੱਤਾ ਗਿਆ, ਸਾਰਾ ਵਿਧਾਨ ਗਰੁੱਪ 'ਚ ਪਾਇਆ ਗਿਆ ਅਤੇ ਕੁਝ ਵੀਰ ਲੈਫਟ ਕਰ ਗਏ। ਉਹ ਕਹਿੰਦੇ ਅਸੀਂ ਇਹਨਾਂ ਸ਼ਰਤਾਂ 'ਤੇ ਪੂਰਾ ਨਹੀਂ ਆਉਂਦੇ, ਜਦੋਂ ਕਿ ਉਹ ਇਸ ਪੱਖੋਂ ਉਹਨਾਂ ਦਾ ਸਤਿਕਾਰ ਸੀ ਕਿ ਉਹ ਪੂਰਾ ਆਉਂਦੇ ਨੇ, ਕਿਉਂਕਿ ਉਹਨਾਂ ਦੀ ਜਿਹੜੀ ਐਜੂਕੇਸ਼ਨ ਸੀ ਉਹ ਬਹੁਤ ਵੱਡੀ ਸੀ। ਅਤੇ ਬਾਕੀ ਦਰਵਾਜ਼ੇ ਖੁੱਲ੍ਹੇ ਨੇ, ਕਿਸੇ ਨੇ ਰੋਕਿਆ ਤਾਂ ਕਿਸੇ ਨੂੰ ਹੈ ਨਹੀਂ, ਆਵਾਜ਼ ਮਾਰੀ ਹੈ, ਸਭ ਨੂੰ ਇਕੱਠੇ ਹੋਣਾ ਚਾਹੀਦਾ। ਹਾਂ, ਜੇ ਕੋਈ ਸਾਹਿਤਕ ਅਕਾਦਮੀ ਵੱਲੋਂ ਕੋਈ ਆਪਣਾ ਹੋਸ਼ਾਪਣ, ਚਾਹੇ ਮੈਂ ਹਾਂ ਜਾਂ ਕੋਈ ਹੋਰ ਹੈ, ਕਿ ਸਾਹਿਤ ਅਕਾਦਮੀ ਬਣਾ ਲਈ ਅਤੇ ਅਸੀਂ ਪਤਾ ਨਹੀਂ ਹੁਣ ਕੀ ਬਣ ਗਏ, ਜਾਂ ਮੈਂ ਸੋਚਾਂ ਕਿ ਮੈਨੂੰ ਚੇਅਰਮੈਨ ਬਣਾ ਤਾ ਅਤੇ ਪਤਾ ਨਹੀਂ ਮੈਂ ਕੀ ਖੁਦਾ ਬਣ ਗਿਆ, ਜਾਂ ਹਰਗੋਬਿੰਦ ਸਿੰਘ ਸ਼ੇਖਪੁਰੀਆ ਸਾਹਿਬ ਸੋਚਣ ਕਿ ਸਾਹਿਤ ਅਕਾਦਮੀ ਦਾ ਮੈਂ ਪ੍ਰਧਾਨ ਹਾਂ ਅਤੇ ਪਤਾ ਨਹੀਂ ਮੈਂ ਕੀ ਬਣ ਗਿਆ। ਇਹਨਾਂ ਗੱਲਾਂ ਬਾਰੇ ਮੈਂ ਨਹੀਂ ਸੋਚ ਰੱਖਦਾ। ਮੈਂ ਸਮਝਦਾ ਇਹ ਸਭ ਦੀ ਅਕਾਦਮੀ ਹੈ, ਇਹ ਕਿਸੇ ਇੱਕ ਦੀ ਨਹੀਂ ਹੈ, ਕਿਉਂਕਿ ਸਾਹਿਤਕ ਤੌਰ 'ਤੇ ਮਾਂ ਬੋਲੀ ਕਿਹੜਾ ਸਾਡੀ ਇੱਕ ਦੀ ਕਰ ਲੈਂਦੀ ਹੈ ਜੀ। ਸਾਨੂੰ ਰਲਵੇਂ ਯਤਨ ਕਰਨੇ ਪੈਣਗੇ ਜੇ ਅਸੀਂ ਮਾਂ ਬੋਲੀ ਦੀ ਸੇਵਾ ਕਰਨੀ ਹੈ। ਜੇ ਅਸੀਂ ਸੇਵਕ ਕਹਾਉਣਾ ਅਤੇ ਗੁਰੂ ਸਾਹਿਬ ਸਾਡੇ ਧਰਮ ਦੇ ਵਿੱਚ ਕੀ ਗੱਲ ਰਹੀ ਭਲਾ ਕਿ ਉਹ ਮਾਣ ਜਿਹੜਾ ਦਿੱਤਾ ਗਿਆ ਜਾਂ ਮਿਲਦਾ ਰਿਹਾ, ਅਤੇ ਉਹ ਮਾਣ ਇਸੇ ਕਰਕੇ ਮਿਲਦਾ ਰਿਹਾ ਨਾ ਸਾਡੇ ਵਡੇਰਿਆਂ ਨੂੰ ਕਿ ਉਹਨਾਂ ਨੇ ਸੇਵਾਵਾਂ ਕੀਤੀਆਂ, ਸਾਂਝੇ ਤੌਰ 'ਤੇ ਕੀਤੀਆਂ। ਹੁਣ ਗੁਰੂ ਘਰ ਦੀ ਇੱਕ ਵਡਿਆਈ ਰਹੀ, ਭਾਈ ਜੇਠਾ ਜੀ 'ਤੇ ਲਾ ਲਓ, ਉਹਨਾਂ ਨੂੰ ਪਹਿਲਾਂ ਘੁੰਗਣੀਆਂ ਵੇਚਦੇ ਰਹੇ ਸੀ ਨਾ, ਯਤੀਮ ਸੀ, ਅਤੇ ਉਹਨਾਂ ਨੂੰ ਪਹਿਲਾਂ ਗੁਰੂ ਅਮਰਦਾਸ ਮਹਾਰਾਜ ਨੇ ਆਪਣਾ ਸੇਵਕ ਬਣਾ ਲਿਆ ਜੀ। ਅਤੇ ਸੇਵਕ ਬਣਾ ਕੇ ਜੋ ਸੇਵਾ ਪ੍ਰਵਾਨ ਹੋਈ ਅਤੇ ਉਹਨਾਂ ਨੂੰ ਆਪਣੀ ਬੇਟੀ ਬੀਬੀ ਭਾਨੀ ਦਾ ਰਿਸ਼ਤਾ ਕੀਤਾ, ਦਾਮਾਦ ਬਣਾ ਲਿਆ। ਫਿਰ ਉਸੇ ਭਾਈ ਜੇਠੇ ਨੂੰ ਸਿੱਖਾਂ ਦਾ ਚੌਥਾ ਗੁਰੂ ਰਾਮਦਾਸ ਬਣਾ ਦਿੱਤਾ। ਇਹਦਾ ਮਤਲਬ ਕਿ ਜਿਹੜੇ ਸੇਵਕ ਸ਼ਬਦ ਹੈ ਇਹ ਪਹਿਲਾਂ ਲੋਕਾਂ ਨੇ ਆਮ ਲੋਕਾਂ ਲਈ ਵਰਤਿਆ, ਸਿਰ 'ਤੇ ਕੂੜਾ ਕਰਕਟ ਢੋਣ ਵਾਲਿਆਂ ਲਈ, ਗਲੀਆਂ ਨਾਲੀਆਂ ਸਾਫ਼ ਕਰਨ ਵਾਲਿਆਂ ਲਈ ਸੇਵਕ ਸ਼ਬਦ ਵਰਤਿਆ ਗਿਆ। ਪਰ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਗੁਰੂ ਘਰ ਦੀ ਵਡਿਆਈ ਦੇਖੋ, ਉਹ ਕਹਿੰਦੇ ਜੇ ਤੂੰ ਮਾਲਕ ਬਣਨਾ ਅਤੇ ਤੈਨੂੰ ਪਹਿਲਾਂ ਸੇਵਕ ਬਣਨਾ ਪੈਣਾ। ਕੋਈ ਨਹੀਂ ਅਸੀਂ ਪ੍ਰਧਾਨ ਪਿੱਛੋਂ ਬਣ ਜਾਵਾਂਗੇ, ਅਸੀਂ ਚੇਅਰਮੈਨ ਮਗਰੋਂ ਬਣ ਜਾਵਾਂਗੇ, ਅਸੀਂ ਪਹਿਲਾਂ ਸੇਵਕ ਤਾਂ ਬਣੀਏ ਨਾ। ਅਸੀਂ ਤਾਂ ਅਜੇ ਸੇਵਕ ਹੀ ਨਹੀਂ ਬਣੇ ਅਤੇ ਅਸੀਂ ਵੱਡੇ ਕਿੱਥੋਂ ਬਣ ਜਾਈਏ ਪਹਿਲਾਂ, ਅਜੇ ਅਸੀਂ ਸੇਵਕ ਬਣਨਾ। ਠੀਕ ਹੈ, ਚੇਅਰਮੈਨ ਇੱਕ ਵੱਖਰੀ ਗੱਲ ਹੈ, ਪ੍ਰਧਾਨਗੀ ਇੱਕ ਵੱਖਰੀ ਗੱਲ ਹੈ, ਪਰ ਹਾਂ ਤਾਂ ਸਾਰੇ ਸੇਵਕ ਹੀ ਆ ਨਾ। ਸੋ ਤੁਸੀਂ ਇਸ ਗੱਲ ਬਾਰੇ ਮੈਨੂੰ ਸਗੋਂ ਸੁਚੇਤ ਕੀਤਾ, ਆਗਾਹ ਕੀਤਾ। ਮੈਂ ਤਾਂ ਦੇਖੋ ਆਪਣੇ ਫਰਜ਼ਾਂ ਤੋਂ ਮੂੰਹ ਨਹੀਂ ਮੋੜਦਾ ਜਿੱਥੋਂ ਤੱਕ ਮੇਰੀ ਘੰਡੀ 'ਚ ਅੱਖਰ ਰਸਾ ਹੋਇਆ। ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹੈ। ਕਿੰਨੀਆਂ ਸੰਸਥਾਵਾਂ ਬਣਨ, ਮੈਂ ਤਾਂ ਉਹ ਸਾਰੀਆਂ ਸੰਸਥਾਵਾਂ ਦਾ ਜਿਹਨਾਂ ਦਾ ਮੈਂਬਰ ਨਹੀਂ ਵੀ ਹਾਂ, ਅਗਰ ਉਹ ਸੰਸਥਾਵਾਂ ਚਾਹੁਣਗੀਆਂ ਮੈਨੂੰ ਇਸ ਧਰਤੀ ਦੀਆਂ, ਅਤੇ ਮੈਂ ਤਾਂ ਉਹ ਜੇ ਸ਼ਰਤਾਂ ਪੂਰੀਆਂ ਕਰਦਾ ਹੋਇਆ ਉਹਨਾਂ ਦੀਆਂ, ਅਤੇ ਉਹ ਮੈਨੂੰ ਜ਼ਰੂਰ ਹੁਕਮ ਕਰਨ, ਮੈਂ ਤਿਆਰ ਹਾਂ ਜੀ ਹਰ ਵਕਤ। ਬਹੁਤ ਧੰਨਵਾਦ ਜੀ।